बिस्मिल्लाहिर्रहमानिर्रहीम। अस्सलाम वालेकुम नाजरीन, तमाम दोस्त अहबाब को फार्मिंग एंड बिजनेस आइडियाज़ में फराज अब्बास की जानब से खुश आमदीद। दोस्तों, आज आपको मनीर साहब के खुशहाल बारौनक और कामयाब मिक्स डेयरी फार्म पर लेके आया हूँ। इनके एक फार्म के बारौनक और कामयाब होने की वजह यह है कि इनके फार्म पर हर साल छोटी कटरियां और बछड़ियां 10-11 के करीब इजाफा हो रही हैं। ये उनको सेल नहीं करते बल्कि उनको पालकर अपने जानवरों की नस्ल को बढ़ाते हैं। इसके अलावा इनके फार्म की खास बात ये भी है कि मनीर साहब की अपनी ज़मीन नहीं, इसके बावजूद इन्होंने डेयरी फार्मिंग के कारोबार में कामयाबी के झंडे गाड़ रखे हैं। तो आज की इस वीडियो में इनकी कामयाबी के गुर जानेंगे। जो भाई ये कारोबार शुरू करना चाहते हैं उनके हवाले से मुफीद और कीमती मालूमात हासिल की जाएंगी। वीडियो को मुकम्मल लाजमी देखिए, इंशाअल्लाह अज़्ज़ वजल फ़ायदा ज़रूर होगा। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम जी। भाईजान की हाल है? शुक्र है अल्लाह दा जी, तुसीं सुनाओ? जी अल्लाह का शुक्र है। सब तो पहले अपना नाम दस दिओ। मेरा नाम है मनीर अहमद। ਇਹ ਮਨੀਰ ਸਾਹਿਬ, ਤੁਸੀਂ ਕਿੰਨੇ ਸਾਲ ਤੋਂ ਜਾਨਵਰਾਂ ਦਾ ਕੰਮ ਕਰਦੇ ਹੋ ਪਏ? ਅਸੀਂ ਪਿਓ ਦਾਦੇ ਤੋਂ ਕਰ ਰਹੇ ਹਾਂ। ਪਹਿਲੇ ਦਾਦਾ ਕਰ ਰਿਹਾ ਸੀ, ਦਾਦੇ ਤੋਂ ਬਾਅਦ ਵਾਲਦ ਸਾਹਿਬ ਕਰਦੇ ਹਾਂ, ਪਿਓ ਉਹਨਾਂ ਤੋਂ ਬਾਅਦ ਅਸੀਂ ਕਰ ਰਹੇ ਹਾਂ। ਮਾਸ਼ਾਅੱਲਾ, ਨਸਲ ਦਰ ਨਸਲ ਤੁਸੀਂ ਇਹ ਕੰਮ ਕਰਦੇ ਹੋ ਪਏ। ਤੇ ਤੁਹਾਡੀ ਕਿੰਨੀ ਉਮਰ ਹੈ? ਸਾਡੀ ਉਮਰ ਹੈ ਕੋਈ 40 ਕੁ ਸਾਲ। ਯਾਨੀ ਕਿ ਕਮ ਅਜ਼ ਕਮ 25-30 ਸਾਲ ਦਾ ਤੁਹਾਡਾ ਵੀ ਤਜਰਬਾ ਹੈ ਵੇ। ਹਾਂਜੀ। ਠੀਕ ਹੈ, ਤੁਸੀਂ ਇਹ ਦੱਸੋ ਜਾਨਵਰਾਂ ਦੇ ਕੰਮ ਵਿੱਚ ਕੋਈ ਫਾਇਦਾ ਹੈ ਜਾਂ ਕਿ ਨੁਕਸਾਨ ਦਾ ਵੀ ਖਤਰਾ ਹੁੰਦਾ ਜੇ? ਨਹੀਂ, ਬੜਾ ਫਾਇਦਾ ਹੈ, ਅੱਲਾਹ ਦੀ ਰਹਿਮਤਾਂ ਨੇ। ਮਾਸ਼ਾਅੱਲਾ ਸਰ, ਅੱਲਾਹ ਪਾਕ ਮਜ਼ੀਦ ਇਜ਼ਾਫਾ ਤਾ ਫਰਮਾਏ। ਇਸ ਟਾਈਮ ਤੁਹਾਡੇ ਕੋਲ ਕਿੰਨੇ ਜਾਨਵਰ ਨੇ? ਇਹ 60-70। ਇਹ ਕਿੰਨੀਆਂ ਗਾਵਾਂ ਤੇ ਕਿੰਨੀਆਂ ਮੱਝਾਂ ਨੇ? ਕੋਈ 18-20 ਗਾਈਆਂ ਨੇ, 22-23 ਮਈਆਂ ਨੇ, ਕੋਈ ਕਟੀਆਂ ਵੱਛੀਆਂ, ਜਾ ਜਪਰਾ। ਯਾਨੀ ਛੋਟੇ ਮੋਟੇ 60 ਜਾਨਵਰ ਨੇ। ਗਾਵਾਂ ਤੇ ਮੱਝਾਂ ਤੁਸੀਂ ਮਿਕਸ ਰੱਖੀਆਂ ਨੇ। ਅਸੀਂ ਵੇਖਿਆ ਇਸ ਤੋਂ ਪਹਿਲੇ ਕਾਫੀ ਵੀਡੀਓਜ਼ ਬਣਾਈਆਂ ਨੇ। ਕੁਝ ਲੋਕ ਸਿਰਫ ਮੱਝਾਂ ਰੱਖਦੇ ਨੇ ਜਾਂ ਸਿਰਫ ਗਾਵਾਂ ਰੱਖੀਆਂ ਹੁੰਦੀਆਂ ਨੇ। ਤੁਸੀਂ ਮਾਸ਼ਾਅੱਲਾ ਮੱਝਾਂ ਤੇ ਗਾਵਾਂ ਇਕੱਠੀਆਂ ਰੱਖੀਆਂ ਨੇ। ਮੱਝਾਂ ਤੇ ਗਾਵਾਂ ਇਕੱਠੇ ਰੱਖਣ 'ਚ ਕੋਈ ਖਾਸ ਫਾਇਦਾ ਹੈ? ਬੇਬਾ ਫਾਇਦਾ। ਠੀਕ ਹੈ। ਅਗਰ ਗਾਵਾਂ ਕੱਲੀਆਂ ਰੱਖੀਆਂ ਹੋਣ ਤੇ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਹੈ? ਨਹੀਂ, ਕੋਈ ਨਹੀਂ। ਕਹਿੰਦੇ ਨੇ ਕਿ ਦੁੱਧ ਨਹੀਂ ਆਸਾਨੀ ਨਾਲ ਸੇਲ ਹੁੰਦਾ। ਬਿਲਕੁਲ ਠੀਕ ਕਹਿੰਦੇ ਨੇ। ਠੀਕ ਹੈ, ਅਗਰ ਇਕੱਠੇ ਰੱਖੇ ਹੋਣ ਤੇ ਫਿਰ ਦੁੱਧ ਆਸਾਨੀ ਨਾਲ ਸੇਲ ਹੋ ਜਾਂਦਾ ਹੈ? ਅੱਜ ਜਿਸ ਤਰੀਕੇ ਦਾ ਕਿਹਦਾ ਲੱਗਾ ਦਾ ਹੈ ਉਸ ਤੋਂ ਤਰੀਕੇ ਦੇ ਗਾਹਕ ਆਈ ਜਾਂਦੇ ਨੇ। ਠੀਕ ਹੈ। ਤੇ ਤੁਸੀਂ ਜਾਨਵਰ ਹੁਣ ਬਾਹਰੋਂ ਖਰੀਦਦੇ ਹੋ ਜਾਂ ਕਿ ਆਪਣੇ ਜਾਨਵਰਾਂ ਚੋਂ ਅੱਗੇ ਨਸਲ ਜਾਨਵਰਾਂ ਦੀ ਵੱਧਦੀ ਹੈ ਪਈ? ਨਹੀਂ, ਆਪਣੀ ਵੀ ਵੱਧਦੀ ਹੈ ਵੀ ਕਿ ਹੁਣ ਕਿਉਂ ਖਰੀਦਣੇ ਨੇ, ਬੜੇ ਨੇ ਜਿਹੜੇ ਖਰੀਦ ਲਏ ਨੇ। ਠੀਕ ਹੈ। ਸਾਲ ਦੇ ਵਿੱਚ ਕਿੰਨੇ ਕੁ ਜਾਨਵਰ ਇਜ਼ਾਫਾ ਹੋ ਜਾਂਦਾ ਤੁਹਾਡੇ ਇੱਥੇ ਫਾਰਮ ਤੇ? 10-11 ਹੋ ਜਾਂਦੇ ਨੇ। ਇਹ ਕਿੰਨੀਆਂ ਜਿਹੜਾ ਜ਼ਿਆਦਾ ਗਾਵਾਂ ਦਿੰਦੇ ਨੇ? 5-6 ਕਟੀਆਂ ਰਲਦੀਆਂ, ਕੋਈ 5-6 ਵੱਛੀਆਂ ਰਲਦੀਆਂ। ਯਾਨੀ ਕਿ ਹਰ ਸਾਲ 10-11 ਛੋਟੇ ਜਾਨਵਰ ਐਡ ਹੋ ਰਹੇ ਨੇ। ਹਾਂ। ਤੇ ਛੋਟੇ ਜਾਨਵਰ ਖੁਦ ਪਾਲਦੇ ਹੋ ਕਿ ਉਹਨਾਂ ਨੂੰ ਸੇਲ ਕਰ ਦਿੰਦੇ ਹੋ? ਬਿਹਤਰ ਹੋ ਗਿਆ। ਕੁਝ ਲੋਕ ਹੁੰਦੇ ਨੇ ਉਹ ਛੋਟੇ ਜਾਵਾਂ ਨੂੰ ਸੇਲ ਕਰ ਦਿੰਦੇ ਨੇ। ਤੁਹਾਡੇ ਹਾਲ ਨਾਲ ਖੁਦ ਪਾਲ ਕੇ ਆਪਣੇ ਫਾਰਮ 'ਚ ਰੱਖਣਾ ਬਿਹਤਰ ਹੈ ਜਾਂ ਕਿ ਉਹਨਾਂ ਨੂੰ ਕਮ ਉਮਰੀ 'ਚ ਸੇਲ ਕਰ ਦੇਣਾ ਬਿਹਤਰ ਹੈ? ਵੇਖੋ ਜੀ, ਇਹ ਤੇ ਵੀ ਮਿਹਨਤ ਕਰ ਲੈਣ ਦੀ ਗੱਲ। ਜਿੰਨੇ ਸਾਂਭ ਲੈਣੇ ਨੇ ਉਹਨੂੰ ਫਾਇਦਾ ਵੇ। ਕਈ ਬੰਦੇ ਹੁੰਦੇ ਨੇ ਨਹੀਂ ਸਾਂਭ ਸਕਦੇ, ਨਹੀਂ ਪੱਠੇ ਪਾ ਸਕਦੇ ਜੀ। ਚਾਰਾ ਬਹੁਤ ਮਹਿੰਗਾ ਹੈ, ਮਹਿੰਗਾਈ ਬਹੁਤ ਹੈ, ਉਹ ਨਹੀਂ ਪਾ ਸਕਦੇ, ਜਾਂ ਕਈ ਬੰਦੇ ਸਾਂਭਣ ਤੋਂ ਵੇਚ ਛੱਡਦੇ ਨੇ। ਤੇ ਬਹਰਹਾਲ ਜਿਹਨੇ ਸਾਂਭ ਲੈਣਾ ਉਹਨੂੰ ਫਾਇਦਾ ਹੀ ਫਾਇਦਾ ਹੈ। ਠੀਕ ਹੈ, ਯਾਨੀ ਜਿਹੜਾ ਸੰਭਾਲ ਕਰੇਦਾ, ਉਹਨਾਂ ਦੀ ਸੇਵਾ ਕਰੇਦਾ, ਉਹਨੂੰ ਫਾਇਦਾ ਹੋਣਾ ਹੈ। ਤੇ ਮਨੀਰ ਸਾਹਿਬ, 60 ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲਦੇ ਹੋ ਪਏ? 4-5। ਇਹ ਖੁਦ ਭਾਈ ਹੋ ਜਾਂ ਕਿ ਕੋਈ ਮੁਲਾਜ਼ਮ ਵੀ ਰੱਖਿਆ ਜੇ? ਨਹੀਂ, ਭਰਾ ਹੀ ਨਹੀਂ ਵਿਚਾਰੇ। ਸਾਰੇ ਭਰਾ ਹੋ। ਮੁਲਾਜ਼ਮ ਨਾ ਰੱਖਣ ਦੀ ਵਜ੍ਹਾ ਕੀ ਖੁਦ ਹੀ ਮੈਨੇਜ ਕਰਦੇ ਹੋ ਪਏ ਤੁਹਾਨੂੰ, ਜਿਹੜਾ ਕਿ ਕੋਈ ਮੁਸ਼ਕਲ ਨਹੀਂ ਹੈ? ਨਹੀਂ, ਸਾਡੀ ਇਹ ਇੱਕ ਆਦਤ ਬਣ ਗਈ, ਇੱਕ ਐਵਰੇਜ ਬਣ ਗਈ ਦੀ, ਸਾਨੂੰ ਕੋਈ ਮੁਸ਼ਕਲ ਨਹੀਂ ਹੁੰਦਾ। ਯਾਨੀ ਤੁਹਾਨੂੰ ਆ ਕੰਮ ਆਸਾਨ ਲੱਗਦਾ ਹੈ? ਬਿਲਕੁਲ ਆਸਾਨ ਲੱਗਦਾ ਹੈ। ਤੇ ਆਉਣ ਵਾਲੇ ਵਕਤ ਵਿੱਚ ਆਪਣੇ ਕੰਮ ਵਿੱਚ ਇਜ਼ਾਫਾ ਕਰਨਾ ਚਾਹੁੰਦੇ ਹੋ ਜਾਂ ਇਹਨੂੰ ਘਟਾਉਣਾ ਚਾਹੁੰਦੇ ਹੋ? ਜਿੱਥੇ ਹੈ ਵੇ ਸ਼ੁਕਰ ਹੈ ਅੱਲਾ ਦਾ, ਬੜਾ ਸੋਹਣਾ ਵਕਤ ਪਾਸ ਹੋ ਰਿਹਾ ਹੈ। ਠੀਕ ਹੈ। ਤੇ 60 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਫੀ ਨੇ? ਕਦੀ ਐਡੀ ਬਰੀਕੀ 'ਚ ਨਹੀਂ ਪਏ ਪੱਠੇ, ਲੱਭਣ ਨਾ ਲੱਭਣ ਤੂੜੀ ਵੰਡਾ ਪਾ ਲਈਦਾ। ਜ਼ਮੀਨ ਆਪਣੀ ਹੈ ਕਿ ਨਹੀਂ? ਕੋਈ ਜ਼ਮੀਨ ਨਹੀਂ। ਬਿਲਕੁਲ ਨਹੀਂ ਹੈ। ਨਾ। ਉਸ ਦੇ ਬਾਵਜੂਦ ਤੁਸੀਂ ਆ ਕੰਮ ਤੋਂ ਮੁਤਮਿਨ ਹੋ ਤੇ ਕਾਮਯਾਬੀ ਨਾਲ ਕੰਮ ਚਲਾ ਰਹੇ ਹੋ। ਇਨਸ਼ਾਅੱਲਾ ਤਾਲਾ। ਤੇ ਪੱਠੇ ਤੁਸੀਂ ਜ਼ਮੀਨ ਵਿੱਚੋਂ ਮੁੱਲ ਲੈਂਦੇ ਹੋ ਜਾਂ ਕਿ ਟੋਕੇ ਤੋਂ ਲੈਂਦੇ ਹੋ? ਪੈਲੀ ਚੋਂ ਵੀ ਲੈ ਲਈਦੇ ਨੇ, ਟੋਕੇ ਤੋਂ ਵੀ ਲੈ ਲਈਦੇ ਨੇ। ਟੋਕੇ ਤੋਂ ਲੈਣਾ ਬਿਹਤਰ ਹੁੰਦਾ ਹੈ ਜਾਂ ਕਿ ਪੈਲੀ ਚੋਂ ਲੈਣਾ ਬਿਹਤਰ ਹੈ? ਪੈਲੀ ਚੋਂ ਲੈਣਾ ਬਿਹਤਰ ਤੇ ਹੁੰਦਾ ਹੈ। ਠੀਕ ਹੈ। ਮਨੀਰ ਸਾਹਿਬ, ਇਹ ਦੱਸੋ ਤੁਸੀਂ ਆਪਣੇ ਜਾਨਵਰਾਂ ਨੂੰ ਰੋਜ਼ਾਨਾ ਖੁਰਾਕ ਦੇ ਵਿੱਚ ਕੀ ਕੀ ਖਿਲਾਉਂਦੇ ਹੋ? ਯਾਨੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੂਟੀਨ ਦੱਸਣੀ ਹੈ।
ਤੂੜੀ, ਚੋਕਰ, ਮਸਰਾਂ ਦੀ ਥੋੜੀ, ਤੇ ਚਾਰੇ ਦੇ ਵਿੱਚ ਸਬਜ਼ ਚਾਰੇ 'ਚ ਸਬਜ਼ ਚਾਰੇ 'ਚ ਮਕਈ, ਪਰਾਲੀ ਸ਼ਰਾਲੀ, ਬਸ। ਜਿਹੜਾ ਵੰਡਾ ਹੈ ਉਹ ਕਿਹੜਾ ਕਿਸੇ ਕੰਪਨੀ ਦਾ ਹੈ ਜਾਂ ਕਿ ਖੁਦ ਤਿਆਰ ਕੀਤਾ ਜੇ? ਨਾ ਤਿਆਰ ਕੀਤਾ ਦਾ ਨਾ ਕੰਪਨੀ ਦਾ। ਮੰਡੀ 'ਚ ਮੰਡੀ ਸਭ ਗੱਲਾਂ ਮੰਡੀ ਜਾਈਏ, ਜਿੰਨਾ ਮੰਗੀਏ ਮਿਲ ਜਾਂਦਾ। ਅੱਛਾ, ਉਹ ਕਿਹੜੀ ਚੀਜ਼ ਦਾ ਉਹਨਾਂ ਤਿਆਰ ਕੀਤਾ ਹੁੰਦਾ ਹੈ? ਨਹੀਂ, ਉਹਨਾਂ ਨੂੰ ਵੀ ਮਿਲਾਂ 'ਚ ਹੀ ਆਉਂਦਾ ਹੈ। ਅੱਛਾ ਆਟੇ ਦਾ ਇਹਦਾ ਕਣਕ ਦਾ ਛਾਣ ਹੁੰਦਾ ਹੈ, ਜੀ, ਕਣਕ ਦਾ ਛਾਣ ਹੁੰਦਾ ਵੇ। ਤੇ ਇਹ ਮਸਰਾਂ ਦੀ ਤੂੜੀ ਦੇ ਨੱਕੇ ਨੁੱਕੇ, ਇਹ ਉਹ ਛਿਲਕਾ ਛੁਲਕਾ ਮਸਰਾਂ ਦੀ ਦਾਲ ਦਾ, ਅੱਛਾ ਇਹ ਹੀ ਹੁੰਦਾ ਬਸ। ਇਹ ਅੱਛਾ ਵੰਡਾ ਲਾ, ਆ ਠੀਕ ਹੈ। ਗੁਜ਼ਾਰਾ ਹੀ ਹੈ। ਆ ਨਾ ਐਡਾ ਚੰਗਾ ਨਾ ਐਡਾ ਮੰਦਾ। ਮਨੀਰ ਸਾਹਿਬ, ਇੱਕ ਵੱਡਾ ਜਾਨਵਰ ਰੋਜ਼ਾਨਾ ਦੀ ਕਿੰਨੀ ਤੂੜੀ ਤੇ ਕਿੰਨਾ ਸਬਜ਼ ਚਾਰਾ ਖਾਈ ਜਾਂਦਾ ਜੇ? ਭਰਾ ਜੀ ਉਹ ਖਾਈ ਜਾਂਦਾ, ਅੱਲਾ ਤੁਹਾਡਾ ਭਲਾ ਕਰੇ। ਮਣ ਤੋਂ 1.5 ਮਣ ਪੱਠੇ ਡੰਗਰ ਖਾਏ। ਸਬਜ਼ ਚਾਰਾ? ਹਾਂ, ਤੇ ਕੋਈ ਧੜੀ ਡੇਢ ਵੰਡਾ ਹੋਏ, ਕੋਈ ਧੜੀ ਮੁੰਨੀ ਤੋੜੀ ਹੋਏ, ਤੇ ਉਹਦਾ ਨਿਜ਼ਾਮ ਜਿਹੜਾ ਨਾ ਵਧੀਆ ਪਾਸ ਹੋ ਜਾਂਦਾ। ਯਾਨੀ ਇਹ ਖੁਰਾਕ ਉਹਦੇ ਵਾਸਤੇ ਕਾਫੀ ਹੈ। ਬਹੁਤ ਇਸ ਤੋਂ ਇਲਾਵਾ ਤੁਸੀਂ ਆਪਣੇ ਜਾਨਵਰਾਂ ਨੂੰ ਚਾਰਦੇ ਤੇ ਨਹੀਂ? ਚਾਰ ਨੇ। ਇਹ ਕਿੰਨੇ ਘੰਟੇ? ਸਾਰੀ ਦਿਹਾੜੀ ਬਾਹਰ ਹੀ ਰਹਿਣਾ ਹੁੰਦਾ ਨੇ। ਇਹ ਸਵੇਰ ਕਿੰਨੇ ਵਜੇ ਲਾਈ ਜਾਂਦੇ ਹੋ? ਸੁਬਾਹ 8 ਵਜੇ ਨਾਲ ਲਾਈ ਦੀਆਂ ਨੇ। ਕਿੰਨੇ ਬੰਦੇ ਇਹਨਾਂ ਨੂੰ ਚਾਰਨ ਵਾਸਤੇ ਰੱਖੇ ਜੇ? 2। 2 ਬੰਦੇ ਕਾਫੀ ਨੇ? 2 ਬੰਦਿਆਂ ਨੂੰ ਦੌੜ ਤੇ ਨਹੀਂ ਲਾਣੀ ਪੈਂਦੀ ਅੱਗੇ? ਨਾ ਨਾ। ਠੀਕ ਹੈ। ਤੇ ਚਰਾਈ ਕਰਾਉਣ ਦਾ ਕੋਈ ਖਾਸ ਫਾਇਦਾ ਵੀ ਹੁੰਦਾ ਹੈ? ਪਾਣੀ ਪੀਂਦੀਆਂ ਨੇ, ਕੋਈ ਮੂੰਹ ਮਾਰਦੀਆਂ ਨੇ, ਕੋਈ ਛਾਵੇਂ ਖਲੋਂਦੀ ਏ, ਕੋਈ ਧੁੱਪੇ ਖਲੋਂਦੀ ਏ। ਫਾਇਦਾ ਇਹਦਾ ਇਹ ਹੋ ਜਾਂਦਾ, ਸਾਡੇ ਕੋਲ ਇੱਥੇ ਜਗ੍ਹਾ ਥੋੜੀ ਹੈ, ਸਾਡਾ ਬੱਜਿਆ ਨਹੀਂ ਟਾਈਮ ਪਾਸ ਹੁੰਦਾ। ਜੀ। ਅੱਛਾ ਸਰ, ਇਹ ਦੱਸੋ, ਬੜਾ ਅਹਿਮ ਸਵਾਲ ਏ। ਇਹ ਤੁਹਾਡੀ ਜ਼ਮੀਨ ਆਪਣੀ ਨਹੀਂ, ਸਭ ਕੁਝ ਤੁਸੀਂ ਮੁੱਲ ਲੈ ਕੇ ਇਹ ਜਾਨਵਰਾਂ ਨੂੰ ਪਾਉਂਦੇ ਹੋ ਪਏ। ਇੱਕ ਜਾਨਵਰ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਹੀ ਆਉਂਦਾ ਜਿਹੜਾ ਵੱਡਾ ਜਾਨਵਰ ਹੈ? ਉਹਦੇ ਤੇ 400 ਤੋਂ 500 ਰੁਪਇਆ ਖਰਚਾ ਆ ਜਾਂਦਾ ਹੈ। ਜਿਹੜਾ ਦੁੱਧ ਦੇਣ ਵਾਲਾ ਜਾਨਵਰ ਹੈ? ਦੁੱਧ ਦੇਣ ਵਾਲਾ ਹੋਏ ਜਾਂ ਕੋਈ ਸੁੱਕਾ ਹੋਏ। ਇਹ ਜਿਹੜਾ ਦੁੱਧ ਦੇਣ ਵਾਲਾ ਜਾਨਵਰ ਹੈ ਉਹਦੀ ਖੁਰਾਕ ਤੇ ਜਿਹੜਾ ਦੁੱਧ ਨਹੀਂ ਦਿੰਦਾ ਉਹਦੀ ਖੁਰਾਕ ਵਿੱਚ ਫਰਕ ਨਹੀਂ ਜੇ ਰੱਖਿਆ? ਬੜਾ ਫਰਕ ਹੈ। ਤੇ ਫਿਰ ਜਿਹੜਾ ਦੁੱਧ ਕੰਮ ਦਿੰਦਾ ਹੈ ਜਾਂ ਨਹੀਂ ਦਿੰਦਾ ਉਹਦੀ ਆ ਖਰਚਾ ਘੱਟ ਨਹੀਂ? ਅਸੀਂ ਇੱਕੋ ਆਪਣੇ ਲੈਵਲ ਦਾ ਰੱਖੇ ਆ ਨਾ। ਸੁੱਕੇ ਨੂੰ ਵੱਖਰਾ ਪਹਾੜੀ ਦਾ, ਚੋਣ ਵਾਲੀਆਂ ਨੂੰ ਵੱਖਰਾ ਪਹਾੜੀ ਦਾ। ਅੱਛਾ, ਯਾਨੀ ਕਿ ਜਿਹੜੀਆਂ ਦੁੱਧ ਦਿੰਦੀਆਂ ਨੇ ਉਹਨਾਂ ਨੂੰ ਤੁਸੀਂ ਵੰਡਾ ਪਾਉਂਦੇ ਹੋਣੇ ਹੋ, ਤੇ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਨੂੰ ਵੰਡਾ ਨਹੀਂ ਪਾਉਂਦੇ? ਨਹੀਂ, ਉਹਨਾਂ ਨੂੰ ਠੀਕ, ਪਾਉਣਾ। ਯਾਨੀ 400-500 ਖਰਚਾ ਇੱਕ ਜਾਨਵਰ ਤੇ ਆ ਜਾਂਦਾ ਹੈ। ਅਗਰ ਜ਼ਮੀਨ ਆਪਣੀ ਹੋਏ, ਪੱਠੇ ਆਪਣੇ ਹੋਣ, ਫਿਰ ਖਰਚਾ ਘੱਟ ਹੋਏਦਾ? ਫਿਰ ਬੇਭਾਈ ਘੱਟ ਹੋਏਗਾ ਕਿ। ਠੀਕ ਹੈ। ਇਸ ਟਾਈਮ ਕਿੰਨੇ ਜਾਨਵਰ ਦੁੱਧ ਦੇ ਰਹੇ ਜੇ? ਦੇ ਰਹੇ ਨੇ ਕੋਈ 35-36। ਕਿੰਨੀਆਂ ਮੱਝਾਂ ਤੇ ਕਿੰਨੀਆਂ ਗਾਵਾਂ? ਕੋਈ 15-16 ਗਾਈਆਂ ਦੇ ਰਹੀਆਂ ਨੇ, 17-18 ਮੱਝਾਂ ਦੁੱਧ ਦੇ ਰਹੀਆਂ ਨੇ। 35-36 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਹੋ ਜਾਂਦਾ ਹੈ? ਅੱਜ ਕੱਲ ਮੌਸਮ ਬੜਾ ਖੁਸ਼ਕ ਹੈ, ਅੱਜ ਕੱਲ ਦੁੱਧ ਬਹੁਤ ਘੱਟ ਹੁੰਦਾ ਹੈ। ਅੱਛਾ, ਦੁੱਧ ਐ ਹੀ ਬੜਾ ਹੋਏਗਾ, ਕੋਈ 4 ਮਣ ਦੇ ਅੱਗੇ ਪਿੱਛੇ ਹੋਈਏਗਾ। ਇਹ ਇੱਕ ਟਾਈਮ ਦਾ ਜਾਂ ਦੋਵਾਂ ਟਾਈਮਾਂ ਦਾ ਦੋਵਾਂ ਟਾਈਮਾਂ ਦਾ? ਯਾਨੀ ਕਿ ਮੌਸਮ ਖੁਸ਼ਕੇ ਦੁੱਧ ਦੀ ਪੈਦਾਵਾਰ ਕਮ ਹੈ, ਬਹੁਤ ਘੱਟ ਹੈ। ਇਹ ਅੱਗੋਂ ਇਜ਼ਾਫਾ ਹੋਏਦਾ? ਹਾਂ, ਜਦੋਂ ਪਹਿਲਾ ਮਹੀਨਾ ਸ਼ੁਰੂ ਹੋਏਗਾ, ਪੱਠੇ ਪੁੱਠੇ ਆਮ ਹੋਣਗੇ, ਫਿਰ ਦੁੱਧ ਹੀ ਵਧਣਾ ਸ਼ੁਰੂ ਹੋ ਜਾਏਗਾ। ਤੇ ਜਿਹੜਾ ਜਾਨਵਰ ਦੁੱਧ ਕੰਮ ਦਿੰਦਾ ਹੈ ਉਹਦੀ ਖੁਰਾਕ ਵਿੱਚ ਕੋਈ ਤਬਦੀਲੀ ਜਾਂ ਉਹਨੂੰ ਕੋਈ ਟੋਟਕਾ ਵਗੈਰਾ ਨਹੀਂ ਲਾਉਂਦੇ? ਟੋਟਕੇ ਵਗੈਰਾ ਨਹੀਂ ਨਾ ਲਾਈਦੇ ਹੁੰਦੇ। ਹੁਣ ਫਰਜ਼ ਕਰੋ ਕਿ ਖੂਹ ਦੇ ਵਿੱਚੋਂ ਡੱਲ ਨਿਕਲਦੀ ਹੈ, ਜਦੋਂ ਕਦੀ ਢੱਗਿਆਂ ਦਾ ਦੌਰ ਜ਼ਮਾਨਾ ਹੁੰਦਾ ਸੀ। ਅੱਛਾ, ਉਹ ਜੇ ਫਰਜ਼ ਕਰੋ ਕਿ ਸਾਰੀਆਂ ਡੱਲਾਂ ਪਾਣੀਆਂ ਭਰੀਆਂ ਨਹੀਂ ਕਹਿੰਦੇ, ਫਿਰ ਤੇ ਢੱਗਾ ਮਰ ਜਾਂਦਾ। ਠੀਕ ਹੈ। ਕੋਈ ਖਾਲੀ, ਕੋਈ ਮੁੰਨੀ, ਕੋਈ ਭਰੀ ਦੀ। ਠੀਕ ਹੈ, ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਵੇ ਕਿ ਕੁਦਰਤੀ ਨਿਜ਼ਾਮ ਹੈ, ਮੌਸਮ ਖੁਸ਼ਕੇ ਦੁੱਧ ਆਟੋਮੈਟਿਕ ਕੰਮ ਹੋਣਾ ਹੈ। ਅੱਗੋਂ ਮੌਸਮ ਅੱਛਾ ਹੋਏਦਾ ਤੇ ਦੁੱਧ ਜ਼ਿਆਦਾ ਹੋਏਦਾ, ਬਜਾਏ ਇਸ ਦੇ ਕਿ ਤੁਸੀਂ ਕਹੋ ਕਿ ਹੁਣ ਵੀ ਦੁੱਧ ਜ਼ਿਆਦਾ ਮਿਲੇ, ਉਹ ਫਿਰ ਤੁਸੀਂ ਆਪਣੇ ਜਾਨਵਰ ਦਾ ਹੀ ਨੁਕਸਾਨ ਕਰਨਾ ਹੈ। ਨਹੀਂ ਹੋਣਾ ਹੀ ਨਹੀਂ ਤੇ। ਅੱਛਾ, ਠੀਕ ਹੈ। ਇਹ ਦੱਸੋ ਮਨੀਰ ਸਾਹਿਬ, ਜਿਹੜਾ ਜਾਨਵਰ 400-500 ਤੁਹਾਡਾ ਖਰਚਾ ਕਰਾਉਂਦਾ ਹੈ ਉਹ ਤੁਹਾਨੂੰ ਕੀ ਦੇਈ ਜਾਂਦਾ ਹੈ? ਉਹ ਸਾਨੂੰ ਦੁੱਧ 1000-1200 ਰੁਪਏ ਦਾ ਦਿੰਦਾ। ਇੱਕ ਜਾਨਵਰ ਤੋਂ ਕਿੰਨਾ ਕੁ ਕੋਈ 400-500 ਰੋਜ਼ਾਨਾ ਦਾ ਬਚ ਜਾਂਦਾ ਹੈ? ਇਨਸ਼ਾਅੱਲਾ ਬਚ ਜਾਂਦਾ। ਤੇ ਜਿਹੜੇ ਜਾਨਵਰ ਦੁੱਧ ਨਹੀਂ ਦਿੰਦੇ ਉਹਨਾਂ ਨੂੰ ਵੀ ਇੱਥੇ ਰੱਖਦੇ ਹੋ ਜਾਂ ਕਿ ਉਹ ਕਿਸੇ ਨੂੰ ਦੇ ਹੜਦੇ ਹੋ ਪਾਲਣ ਵਾਸਤੇ? ਨਹੀਂ, ਉਹ ਵੀ ਇੱਥੇ ਹੀ ਨੇ। ਇੱਥੇ ਹੀ ਨੇ? ਉਹ ਫਿਰ ਤੁਹਾਡੇ ਤੇ ਬੋਝ ਨਹੀਂ ਹੁੰਦੇ ਕਿ ਖਰਚਾ ਹੀ ਕਰਨਾ ਪੈਂਦਾ ਉਹਨਾਂ ਤੋਂ? ਹਾਸਲ ਤੇ ਕੁਝ ਨਹੀਂ ਹੁੰਦਾ? ਉਹ ਤੈਨੂੰ ਪਹਿਲੇ ਨਹੀਂ ਦੱਸਿਆ, ਜਿੰਨੇ ਜੀ ਘਰ ਚ ਹੋਣ, ਜੇ ਸਾਰੇ ਹੀ ਕੰਮ ਕਰਨ ਵਾਲੇ ਹੋਣ, ਫਿਰ ਤੇ ਕਮੀ ਪੇਸ਼ੀ ਆਂਦੀ ਹੀ ਨਹੀਂ। ਅੱਛਾ, ਕੀ ਆਂਦੀ ਹੈ? ਠੀਕ ਹੈ, ਬਿਹਤਰ ਹੋ ਗਿਆ। ਯਾਨੀ ਕਿ ਉਹ ਵੀ ਤੁਸੀਂ ਕੋਲ ਰੱਖਦੇ ਹੋ, ਵੰਨ ਲਵਾਉਂਦੇ ਹੋ? ਵੰਨ ਲੋ ਆਈ। ਬਿਹਤਰ ਹੋ ਗਿਆ। ਇਹ ਸਰ ਇਹ ਦੱਸੋ ਕਿ ਤੁਹਾਡੇ ਤਜਰਬੇ ਦੇ ਵਿੱਚ ਜਾਨਵਰਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਆਈ ਹੈ? ਜ਼ਿਆਦਾ ਬਿਮਾਰੀ ਖਤਰਨਾਕ ਸਭ ਤੋਂ ਮੇਨ ਹੁੰਦੀ ਹੈ ਮੋਕਰ। ਜੀ, ਮੋਕਰ ਨੂੰ ਸਮਝਦੇ ਆ ਨਾ ਜੀ, ਮੂੰਹ ਤੇ ਖੋਰੋ ਜਿਹੜਾ ਕੋਈ ਸੁੱਜ ਜਾਂਦੇ ਨੇ। ਹਾਂ, ਸਭ ਤੋਂ ਜ਼ਾਲਮ ਬਿਮਾਰੀ ਇਹ ਹੀ ਹੈ। ਤੇ ਜਾਂ ਬਾਈਬਾਦੀ ਹੁੰਦੀ ਹੈ, ਜਿਹੜਾ ਬੰਦਾ ਇਹਦੇ ਤੇ ਕੰਟਰੋਲ ਨਹੀਂ ਕਰਦਾ ਉਹਦੀ ਮਜ਼ੀਦ ਵੱਧਦੀ ਜਾਂਦੀ ਹੈ। ਤੇ ਮੋਖਰ ਦਾ ਕੋਈ ਦੇਸੀ ਇਲਾਜ ਦੱਸੋ? ਇਹਦਾ ਕੋਈ ਇਲਾਜ, ਇਹਦੇ ਤੇ ਕੋਈ ਸ਼ਿਕਾਇਤ ਕਰਦੀ ਨਹੀਂ। ਜਦੋਂ ਆਈਏ ਨਾ
ਤੇ ਇਹਦਾ ਕੀ ਹੱਲ ਕਰਦੇ ਹੋ? ਇਹਦਾ ਹੱਲ ਇਹ ਹੀ ਹੈ, ਜਦੋਂ ਤੇ ਆ ਜਾਂਦੀ ਹੈ ਨਾ, ਫਿਰ ਇਹਦੇ ਨਾਲ ਮੁਕਾਬਲਾ ਕਰਨਾ ਹੀ ਪੈਂਦਾ ਹੈ। ਅੱਛਾ, ਉਹ ਤਕਲੀਫ 'ਚੋਂ ਗੁਜ਼ਰਨਾ ਹੀ ਪੈਂਦਾ ਹੈ। ਆਉਣ ਤੋਂ ਪਹਿਲਾਂ ਕੋਈ ਹਿਫਾਜ਼ਤੀ ਟੀਕੇ ਲੁੱਗ ਜਾਣ, ਜਾਂ ਕੋਈ ਐਸੀ ਵੈਕਸੀਨ ਹੁੰਦੀ ਹੈ ਜਿਹੜੀ ਲੱਗ ਜਾਵੇ, ਤੇ ਡੰਗਰ ਨੂੰ ਪੂਰਾ ਸਾਲ ਜਿਹੜਾ ਇਹਨਾਂ ਰਮਾਨ ਰਹਿੰਦਾ ਵੇ। ਜਦੋਂ ਆਈ ਜਾਵੇ ਨਾ, ਫਿਰ ਨਹੀਂ, ਫਿਰ ਇਹ ਗਾਲ ਹੀ ਛੱਡਦੀ ਹੈ ਇੱਕ ਵਾਰੀ। ਤੇ ਬਾਈ ਆਬਾਦੀ ਦਾ ਕੀ ਦੇਸੀ ਇਲਾਜ ਹੈ? ਬਾਈ ਆਬਾਦੀ ਇਹ ਕੋਈ ਮੁਰਚਾਂ ਕੋਈ ਬੰਦਾ ਪਾਹੜੇ, ਜਾਂ ਕੋਈ ਲੈ ਲੈਣ, ਕੋਈ ਕਿਰਮਾ ਸ਼ਿਰਮਾ ਵਾਲੀ ਬੰਦਾ ਦਵਾਈ ਸ਼ਵਾਈ ਪਿਆ ਛੜੇ ਤੇ ਠੀਕ ਹੈ। ਇਹ ਆਮ ਰੂਟੀਨ 'ਚ ਮਿਰਚਾਂ ਵਗੈਰਾ ਦੇਣੀਆਂ ਚਾਹੀਦੀਆਂ ਨੇ? ਜਦੋਂ ਕਿਸੇ ਨੂੰ ਕੁਝ ਹੋਏ ਉਦੋਂ ਹੀ ਦੇਣੀਆਂ ਚਾਹੀਦੀਆਂ ਨੇ। ਤੁਸੀਂ ਉਹ ਕੁਝ ਲੋਕ ਹੁੰਦੇ ਨਾ, ਕਹਿੰਦੇ ਨੇ ਅਸੀਂ ਆਮ ਰੂਟੀਨ 'ਚ ਵੀ ਮਿਰਚ ਮਸਾਲਾ ਦਿੰਦੇ ਆ, ਤੁਸੀਂ ਵੀ ਇਹਨਾਂ ਨੂੰ ਕੁਝ ਦਿੰਦੇ ਹੋ ਆਮ ਰੂਟੀਨ? ਅਸੀਂ ਨਹੀਂ ਆਮ ਰੂਟੀਨ 'ਚ ਦਿੰਦੇ। ਅੱਛਾ, ਯਾਨੀ ਅੱਲਾ ਨਾ ਕਰੇ ਜੋ ਬਿਮਾਰੀ ਹੁੰਦੀ ਹੈ ਉਦੋਂ ਹੀ ਦਿੰਦੇ ਹੋ? ਜਦੋਂ ਤਕਲੀਫ ਹੋਣੀ ਉਦੋਂ ਹੀ ਦਵਾਈ ਲੈਣੀ ਹੈ। ਜਿਹੜੇ ਜਾਨਵਰਾਂ ਨੂੰ ਚੰਦਰੀ, ਸਾੜੂ ਜਾਂ ਉਹਨਾਂ ਦੇ ਥਣ ਵਿੱਚ ਕੋਈ ਦਾਣਾ ਵਗੈਰਾ ਬਣ ਜਾਂਦਾ ਹੈ, ਉਹਦਾ ਕੋਈ ਦੇਸੀ ਹੱਲ ਦੱਸੋ। ਉਹਦਾ ਇਹ ਹੀ ਹੈ, ਕੋਈ ਦਮਸ਼ਮ ਕਰਾਏ, ਕੋਈ ਮਿਰਚਾਂ ਮੁਰਚਾਂ ਦੇਵੇ, ਕੋਈ ਟੀਕਾ ਸ਼ੀਕਾ ਲਾਏ ਤੇ ਠੀਕ ਹੈ। ਅੱਛਾ, ਦਮ ਵੀ ਕੰਮ ਕਰ ਜਾਂਦਾ ਹੈ? ਟੀਕਾ ਕਿਹੜਾ ਲਵਾਉਣਾ ਹੈ? ਟੀਕੇ ਚੰਦਰੀ ਦੇ ਮੁਤਾਬਕ ਜਾ ਕੇ ਡਾਕਟਰ ਨਾਲ ਮਸ਼ਵਰਾ ਕਰ ਲਈਦਾ, ਬਈ ਇੰਜ ਚੰਦਰੀ ਪਈ ਉਹਦਾ ਛੱਡਦਾ ਹੈ ਕਿ ਦੁੱਧ ਰਬੜਾ ਆਉਂਦਾ ਪਿਆ, ਜਾਂ ਮਸਲਨ ਕਿ ਜੰਮਿਆਂ ਦਾ ਆਉਂਦਾ ਪਿਆ, ਕਿ ਜਿਹੋ ਜੀ ਫਿਰ ਉਹ ਫਰਜ਼ ਕਰੋ ਮਰਜ਼ ਹੁੰਦੀ ਹੈ, ਉਹੋ ਜਿਹਾ ਉਹ ਦਵਾ ਦਾਰੂ ਦੇ ਛੱਡਦੇ ਨੇ। ਠੀਕ ਹੈ। ਜਿਹੜੀ ਵੱਛੀ ਏ ਉਹ ਕਿੰਨੇ ਸਾਲ ਦੀ ਉਮਰ 'ਚ ਸੂਣ ਦੇ ਕਾਬਲ ਹੋ ਜਾਂਦੀ ਏ, ਤੇ ਜਿਹੜੀ ਕੱਟੀ ਏ ਉਹ ਕਿੰਨੇ ਸਾਲ ਦੀ ਉਮਰ 'ਚ ਸੂਣ ਦੇ ਕਾਬਲ ਹੁੰਦੀ? ਕੱਟੀ ਸਾਡੇ ਜ਼ਿਆਦਾ ਲੋਕਾਂ ਦੇ ਘਰਾਂ 'ਚ ਸੁਣਦੀ ਹੈ। ਕੱਟੀ 4 ਕੁ ਸਾਲਾਂ ਦੇ ਅੱਗੇ ਪਿੱਛੇ, ਤੇ ਵੱਛੀ ਕੋਈ ਪੌਣੇ 3 ਸਾਲਾਂ 2.5 ਦੇ ਅੱਗੇ ਪਿੱਛੇ ਲਾ ਲਓ। ਅਗਰ ਕੋਈ ਬੰਦਾ ਉਹਨਾਂ ਦੀ ਖੁਰਾਕ ਅੱਛੀ ਕਰੇ ਜਾਂ ਉਹਨਾਂ ਦੀ ਚੰਗੀ ਸੇਵਾ ਕਰੇ, ਤੇ ਇਹ ਅਰਸਾ ਕੰਮ ਹੋਈ ਇਹਦਾ ਕੀ ਅਰਸਾ ਨਹੀਂ ਰਹਿੰਦਾ? ਅਰਸਾ ਕੰਮ ਹੋਈਏਗਾ ਫਿਰ ਕੀ। ਠੀਕ ਹੈ। ਤੁਸੀਂ ਜਿਹੜੀਆਂ ਮੱਝਾਂ ਰੱਖੀਆਂ ਨੇ ਕਿਹੜੀ ਨਸਲ ਦੀਆਂ ਜੇ? ਇਹ ਬਾਰੀ ਮੱਝਾਂ ਹੀ ਨੇ, ਬਾਦਪੁਰ ਦੀ। ਤੇ ਗਾਵਾਂ? ਗਾਈਆਂ ਦੋਗਲੀਆਂ, ਕੋਈ ਵਲੈਤੀ, ਦੇਸੀ। ਚੰਗੀ ਮੱਝ ਕਿਹੜੀ ਨਸਲ ਦੀ ਮੱਝ ਨੂੰ ਕਹਿੰਦੇ ਆ? ਅਸੀਂ ਤੇ ਚੰਗੀ ਉਹਨੂੰ ਹੀ ਕਹਿੰਦੇ ਆ ਜਿਹੜੀ ਦੁੱਧ ਬਹੁਤਾ ਦੇਵੇ। ਅੱਛਾ, ਜਿਹੜੀ ਬਹੁਤਾ ਦੁੱਧ ਦਿੰਦੀ ਉਹਦੀ ਕੋਈ ਖੂਬੀ ਜਾਂ ਪਹਿਚਾਣ ਦੱਸ ਸਕਦੇ ਹੋ ਕਿ ਇਹ ਮੱਝ ਦੁੱਧ ਜ਼ਿਆਦਾ ਦੇ ਦੀ? ਉਹਦੀ ਕੋਈ ਖੂਬੀ ਜਾਂ ਪਹਿਚਾਣ? ਇਹ ਅੱਲਾ ਵੱਲੋਂ ਹੀ ਗੱਲ ਹੁੰਦੀ ਹੈ, ਜਿਹਨੂੰ ਅੱਲਾ ਨੀਤ ਦੇਵੇ। ਇਹ ਬਾਹਰ ਘਰਾਂ 'ਚ ਵੇਖਦੇ ਨਹੀਂ ਤੁਸੀਂ, ਨੀਚ ਘਰਾਂ ਦੇ ਬੰਦੇ ਮਹਾਂ ਬੜੇ ਬੜੇ ਅਮੀਰ ਤਰੀਨ ਹੋ ਜਾਂਦੇ ਨੇ ਜੀ। ਠੀਕ ਹੈ। ਅੱਛਾ, ਮਾਸ਼ਾਅੱਲਾ ਤੁਸੀਂ ਆਪਣੇ ਕਾਰੋਬਾਰ ਦੇ ਮੁਤਲਕ ਕਾਫੀ ਕੀਮਤੀ ਤੇ ਅੱਛੀਆਂ ਗੱਲਾਂ ਦੱਸੀਆਂ ਨੇ। ਆਖਰੀ ਗੱਲ ਦੇ ਤੌਰ ਤੇ ਆ ਦੱਸੋ, ਜਿਹੜੇ ਤੁਹਾਡੇ ਭਰਾ ਵੀਡੀਓ ਵੇਖ ਕੇ ਆ ਕੰਮ ਕਰਨਾ ਚਾਹੁੰਦੇ ਨੇ ਜਾਨਵਰਾਂ ਦਾ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ ਹੋ? ਅਸੀਂ ਤੇ ਉਹਨਾਂ ਨੂੰ ਕਹਾਂਗੇ ਮੁੜ ਜਾਓ, ਨਾ ਕਰਿਓ। ਅੱਛਾ, ਕਿਉਂ ਜੀ? ਠੀਕ ਹੈ। ਨਾ ਕਰਨ ਦੀ ਵਜ੍ਹਾ? ਨਾ ਕਰਨ ਦੀ ਵਜ੍ਹਾ ਇਹ ਵੇ ਕਿ ਇਹ ਕੰਮ ਬਹੁਤ ਸਖਤ ਹੋ ਗਿਆ ਦਾ, ਮਹਿੰਗਾ ਹੋ ਗਿਆ ਦਾ ਬਹੁਤ। ਅਸੀਂ ਤੇ ਫਰਜ਼ ਕਰੋਗੇ ਫਸੇ ਦੇ ਆ ਕਿ ਅਸੀਂ ਹੋਰ ਕੋਈ ਕਰ ਨਹੀਂ ਸਕਦੇ। ਠੀਕ ਹੈ। ਠੀਕ ਹੈ, ਸਾਡੀ ਪੇਸ਼ ਨਹੀਂ ਜਾਂਦੀ। ਅਸੀਂ ਹੋਰ ਕੋਈ ਕਰਾਂਗੇ, ਸਾਨੂੰ ਕੋਈ ਇੱਧਰ ਘੱਲੇਗਾ, ਅਸੀਂ ਅੱਗੋਂ ਇੱਧਰ ਨੂੰ ਜਾਵਾਂਗੇ, ਤੇ ਫਿਰ ਸੋਚੀਦਾ ਉਹਦੇ ਨਾਲੋਂ ਅਸੀਂ ਇੱਥੇ ਹੀ ਚੰਗੇ ਆ। ਯਾਨੀ ਤੁਹਾਡੀ ਮਜਬੂਰੀ ਦੇ ਤੌਰ ਤੇ ਕਰਦੇ ਹੋ ਹੁਣ? ਤੇ ਹੁਣ ਮਜਬੂਰੀ ਹੈ, ਹੁਣ ਮਹਿੰਗਾਈ ਥੋੜੀ ਹੋ ਗਈ ਦੀ। ਮਜ਼ਦੂਰੀ ਨਾਲ ਤੁਹਾਡਾ ਕੰਮ ਬਿਹਤਰ ਹੈ ਕਿ ਨਹੀਂ? ਮਜ਼ਦੂਰੀ ਨਾਲੋਂ ਬਿਹਤਰ ਹੈ। ਮਜ਼ਦੂਰੀ ਕਿਸੇ ਦੀ ਜਾਣਦੇ ਹੀ ਨਹੀਂ, ਹੋਰ ਕੋਈ ਕੀਤਾ ਦਾ ਹੀ ਨਹੀਂ, ਅੱਛਾ, ਤੇ ਉਹਦੇ ਨਾਲੋਂ ਬਿਹਤਰ ਹੀ ਹੈ। ਯਾਨੀ ਮਜ਼ਦੂਰੀ ਨਾਲ ਬਿਹਤਰ ਹੈ? ਮਜ਼ਦੂਰੀ ਨਾਲੋਂ ਬਿਹਤਰ ਹੈ। ਠੀਕ ਜੀ ਸਰ, ਬਹੁਤ ਸ਼ੁਕਰੀਆ ਜਨਾਬ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਆਪਣੇ ਕਾਰੋਬਾਰ ਦੇ ਮੁਤਲਕ ਕੀਮਤੀ ਗੱਲਾਂ ਦੱਸੀਆਂ ਨੇ। ਅੱਲਾ ਹਾਫਿਜ਼।